ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਗੌਣ ਬਾਣੀ ਕਬੀਰ ਜੀਓ ਕੀ। ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ। ਹਸਤ ਭਾਗ ਕੈ ਕਿਸਾ ਮਾਰੇ, ਇਆਂ ਮੂਰਤ ਕੈ ਹਉ ਬਲਿਹਾਰੇ। ਆਹ ਮੇਰੇ ਠਾਕਰ ਤੁਮਰਾ ਜੋਰ, ਕਾਜੀ ਵਕਵੋ ਹਸਤੀ ਤੋਰ। ਰਹਾਉ ਰੇ ਮੁਹਾਵਤ ਤੁਝ ਡਾਰੂ ਕਾਟ, ਇਸੇ ਤਰਾਵੋ ਕਾਲੋ ਸਾਟ। ਹਸਤ ਨਾ ਤੋਰੇ ਧਰੇ ਧਿਆਨ, ਵਾਕੀ ਹਿਰਦੇ ਬਸੇ ਭਗਵਾਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਨਹੀਂ ਕਾਜੀ ਅੰਧਿਆਰੇ। ਤੀਨ ਵਾਰ ਪਤੀਆ ਪਰ ਲੀਨਾ, ਮਨੋ ਕਠੋਰ ਅਜੂ ਨਾ ਪਤੀਨਾ। ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਭਗਤ ਜੀ ਦੇ ਸ਼ਲੋਕ ਤੋਂ ਪਤਾ ਲੱਗਦਾ ਵਾ, ਜਿਵੇਂ ਆਪਾਂ ਸਾਰੇ ਜਾਣਦੇ ਹੀ ਹਾਂ, ਧਰਮ ਦੀ ਦੁਨੀਆ ਦੇ ਵਿੱਚ ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨੇ, ਸਮਝਦੇ ਨੇ, ਉਹਨਾਂ ਖਾਤਰ ਹੀ ਹੈ ਬਾਣੀ। ਉਹ ਜਾਣਦੇ ਨੇ, ਜਿਵੇਂ ਭਗਤ ਨਾਮਦੇਵ ਜੀ ਸੀ, ਉਹਨਾਂ ਨੂੰ ਵੀ ਉਦੋਂ ਸਲਾਮ ਦਾ ਰਾਜ ਸੀਗਾ, ਰਾਜੇ ਨੇ ਕਲੇਸ਼ ਕੀਤਾ ਉਹਨਾਂ ਨਾਲ ਵੀ, ਪਰ ਰਾਜੇ ਨੂੰ ਮੂੰਹ ਦੀ ਖਾਣੀ ਪਈ। ਅਤੇ ਪ੍ਰਹਲਾਦ ਭਗਤ ਜੀ ਦਾ ਆਪਾਂ ਲੈ ਲਈਏ, ਉਹ ਵੀ ਬਾਪ ਬੇਟਾ ਜਿਹੜਾ ਸੀਗਾ, ਬਾਪ ਇਹਨੂੰ ਹਰਨਾਕਸ਼ ਕਹਿ ਕੇ ਪੁਕਾਰਿਆ ਗਿਆ, ਅਤੇ ਉਹ ਮੱਤਾਂ ਦੇ ਨਾਂ ਨੇ ਭਾਈ ਸਾਰੇ। ਇਹ ਉਹ ਹਰਨਾਕਸ਼ ਮੱਤ ਵਾਲਾ ਸੀਗਾ, ਆਪ ਨੂੰ ਰੱਬ ਮੰਨਣ ਵਾਲਾ ਸੀਗਾ। ਅਤੇ ਪ੍ਰਹਲਾਦ ਜੀ ਸੀਗੇ ਭਗਤ ਜੀ, ਉਹ ਕੁਦਰਤ ਨੂੰ ਮੰਨਣ ਵਾਲੇ ਸੀਗੇ, ਉਹ ਹੁਕਮ ਦੇ ਧਾਰਨੀ ਸੀ। ਇਹ ਸੰਸਾਰ ਦੇ ਵਿੱਚ ਐਵੇਂ ਹੀ ਰਹਿੰਦਾ ਵਾ, ਇਹ ਚੱਲਦਾ ਹੀ ਰਹੂਗਾ ਔਰ ਚੱਲਦਾ ਹੀ ਆਇਆ ਵਾ। ਜਦੋਂ ਕੋਈ ਵੀ ਗੁਰਸਿੱਖ ਸੰਗਤ ਇਹ ਧਰਮ ਦੀ ਦੁਨੀਆ 'ਚ ਪ੍ਰਵੇਸ਼ ਕਰਦੀ, ਫਿਰ ਉਹਨੂੰ ਪਤਾ ਲੱਗਦਾ ਹੈ ਧਰਮ ਕੀ ਹੁੰਦਾ ਹੈ। ਜਿਹੜੇ ਅਸੀਂ ਸੰਸਾਰੀ ਧਰਮ ਕਰਦੇ ਹਾਂ, ਇਹ ਸਾਰੇ ਸਰੀਰ ਕਰਕੇ ਹੀ ਆ, ਕਰਦੇ ਆਏ ਔਰ ਕਰਦੇ ਰਹਿਣਗੇ। ਹਠ ਯੋਗ, ਨੰਗੇ ਪੈਰੀਂ ਜਾਣਾ, ਧੂਣਿਆਂ 'ਚ ਤਪਾਉਣਾ ਸਰੀਰ ਨੂੰ, ਇਹ ਸਾਰੇ ਜਿੰਨੇ ਵੀ ਕਰਮ ਨੇ, ਇਹ ਗੁਰਮਤਿ ਦੀ ਦ੍ਰਿਸ਼ਟੀ ਤੋਂ ਸਾਨੂੰ ਪਤਾ ਲੱਗਦਾ। ਇਹਨੂੰ ਦਿਵ ਦ੍ਰਿਸ਼ਟੀ ਕਹਿੰਦੇ ਨੇ। ਇਹ ਕਿਸੇ ਨੂੰ ਵੀ ਜਦੋਂ ਕਿਰਪਾ ਹੁੰਦੀ ਹੈ ਕੁਦਰਤ ਦੀ, ਕੋਈ ਵੀ ਹੋਵੇ, ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਜੋ ਇਹਨੂੰ ਸਮਝ ਲੈਂਦਾ ਉਹਦੀ ਗਤੀ ਹੋ ਜਾਂਦੀ ਹੈ, ਉਹਨੂੰ ਦਿਵ ਦ੍ਰਿਸ਼ਟੀ ਮਿਲਦੀ। ਉਹ ਦਿਵ ਦ੍ਰਿਸ਼ਟੀ ਨਾਲ ਸਾਰਾ ਕੁਛ ਦੀਂਦਾ ਹੈ। ਜੇ ਆਪਾਂ ਭਗਤ ਰਵਿਦਾਸ ਜੀ ਦਾ ਲਈਏ ਸ਼ਲੋਕ ਸ਼ਬਦ, ਨਾਮ ਤੇਰੇ ਕੀ ਜੋਤ ਲਗਾਈ, ਪਇਓ ਜਿਆਰੇ ਸਗਨ ਭਵਨ ਲਾਰੇ। ਸਗਨ ਭਵਨ ਜਿਹੜੇ ਹੈਗੇ ਆ, ਜਿੱਥੇ ਵੀ ਜੋਤ ਹੈ, ਜਿੱਥੇ ਹੁਕਮ ਹੈ ਸਰਬ ਵਿਆਪੀ, ਸਾਰਾ ਉਹ ਚਾਨਣਾ ਹੋ ਜਾਂਦਾ ਹੈ। ਉਹ ਗੁਰਸਿੱਖਾਂ ਨੂੰ, ਗੁਰਸਿੱਖ ਆਪਾਂ ਤਾਂ ਕਹਿੰਦੇ ਹਾਂ ਕਿ ਜੋ ਗੁਰ ਦੀ ਸਿੱਖਿਆ ਲੈਣ ਵਾਲਾ ਵਾ, ਗੁਰੂ ਦੇ ਭਾਣੇ ਅਨੁਸਾਰ ਚੱਲਦਾ, ਉਹਨੂੰ ਗੁਰਸਿੱਖ ਆਪਾਂ ਕਹਿ ਸਕਦੇ ਹਾਂ। ਕੋਈ ਵੀ ਹੋ ਸਕਦਾ। ਸਿੱਖੀ ਸਿੱਖਿਆ ਗੁਰ ਵਿਚਾਰ
ਨਦਰੀ ਕਰਮ ਲੰਘਾਵੇ ਪਾਰ। ਜਦੋਂ ਗੁਰ ਵਿਚਾਰ ਨਾਲ, ਸ਼ਬਦ ਨਾਲ ਕੋਈ ਵੀ ਆਤਮਾ ਲੱਗਦੀ ਹੈ, ਫਿਰ ਕੁਦਰਤ ਰਹਿਮਤ ਕਰ ਦਿੰਦੀ ਆ, ਮਾਇਆ ਪਾਰ ਕਰ ਜਾਂਦਾ, ਆਪਦੇ ਨਿਰੰਕਾਰ ਦੇ ਦੇਸ਼ ਚਲੇ ਜਾਂਦਾ। ਉੱਥੇ ਫਿਰ ਉਹਦੀ ਭਗਤੀ ਸ਼ੁਰੂ ਹੁੰਦੀ ਹੈ। ਇਹਨੂੰ ਦੇਵਲੋਕ ਵੀ ਕਿਹਾ, ਸੈਂਟਰ ਕਿਹਾ ਹੈ। ਭਗਤ ਕਬੀਰ ਜੀ ਨੇ ਇਹਨੂੰ ਘਾਟ ਕਿਹਾ ਹੈ। ਸਹਿਜ ਸੁਣ ਕੇ ਘਾਟ ਤਹਾਂ ਕਬੀਰਾ ਮਟ ਕੀਆ। ਉੱਥੇ ਬਹਿ ਕੇ ਫਿਰ ਨਾਮ ਦੀ ਭਗਤੀ ਹੁੰਦੀ ਹੈ। ਪਰ ਅਸੀਂ ਇਹ ਕਲਯੁਗ ਦੇ ਵਿੱਚ, ਇਹ ਮ੍ਰਿਤ ਲੋਕ ਹੈ, ਇਹ ਮ੍ਰਿਤ ਲੋਕ ਦੇ ਵਿੱਚ ਅਸੀਂ ਸਾਰਾ ਕੁਝ ਭਾਲਦੇ ਹਾਂ। ਇਹ ਤਾਂ ਵਸ਼ ਭਾਈ ਛੱਡਣਾ ਨਾ, ਤੇ ਦੁਨੀਆ ਅੰਦਰ ਪਰਾਉਣਾ। ਇਹ ਤਾਂ ਜੀਵ ਜਿਹੜਾ ਹੈਗਾ ਕੁਛ ਟਾਈਮ ਲਈ ਇਹਨੂੰ ਮਿਲਿਆ ਵਾ, ਇਹ ਸਰੀਰ ਇਹ ਭਗਤੀ ਕਰਨ ਖਾਤਰ, ਇਹ ਤਾਂ ਇਹ ਤੋਂ ਲੈ ਲੈਣਾ ਵਾ। ਇਹਦਾ ਸਮਾਂ ਨੇਚਰ ਹੋ ਚੁੱਕਿਆ ਵਾ। ਜੇ ਆਪਾਂ ਕੀਰਤਨ ਸੋਹਲੇ ਦੇ ਸ਼ਬਦ ਦੀ ਵਿਚਾਰ ਕਰੀਏ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ, ਜਦ ਤੱਕ ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀ, ਬ੍ਰਹਮ 'ਚ ਲੀਨ ਨਹੀਂ ਹੁੰਦਾ, ਇਹਨੂੰ ਬ੍ਰਹਮ ਗਿਆਨ ਨਹੀਂ ਹੁੰਦਾ, ਜਦ ਤੱਕ ਇਹਨੂੰ ਸਮੇਂ ਦਾ ਕਿਵੇਂ ਪਤਾ ਲੱਗੂਗਾ। ਇਸ ਕਰਕੇ ਜਿਹੜੀ ਇਹ ਗੁਰਮਤਿ ਹੈ, ਇਹ ਭਗਤਾਂ ਗੁਰੂਆਂ ਦੇ ਦਰਸਾਏ ਰਾਹ 'ਤੇ ਆਪਾਂ ਚੱਲਾਂਗੇ ਤਾਂ ਸਾਡਾ ਸੰਸਾਰ 'ਤੇ ਆਉਣਾ ਸਫਲਾ ਹੋਊਗਾ। ਉਹ ਬਾਣੀ ਸਾਨੂੰ ਸੁਣਨੀ ਪਊਗੀ, ਵਿਚਾਰਨੀ ਪਊਗੀ, ਮਨ ਨੂੰ ਭਾਣੇ 'ਚ ਲਿਆਉਣਾ ਪਊ। ਜਦ ਤੱਕ ਮਨ ਭਾਣੇ 'ਚ ਨਹੀਂ ਆਉਂਦਾ, ਮਨ ਥਿਰ ਨਹੀਂ ਹੁੰਦਾ, ਤੇ ਆ ਕਲਯੁਗ ਕਿਵੇਂ ਛੁੱਟੂਗਾ, ਅਕਾਲ ਕਿਵੇਂ ਛੁੱਟੂਗਾ। ਪਹਿਲਾਂ ਇਹਨੂੰ ਕਾਲ ਤੋਂ ਬਚਾਉਂਦੀ ਹੈ ਬਾਣੀ, ਕਾਲ ਤੋਂ ਮੁਕਤ ਹੋ ਕੇ ਫਿਰ ਇਹ ਭਗਤੀ ਕਰਦਾ ਵਾ। ਇਹ ਭਗਤ ਕਬੀਰ ਜੀ ਦੇ ਬਾਰੇ ਆਪਾਂ ਅੱਜ ਇਹ ਪ੍ਰਸੰਗ ਲਿਆ। ਜਿੰਨੀ ਕੁ ਮੱਤ ਦਿੱਤੀ ਹੈ ਕੁਦਰਤ ਨੇ, ਆਪਾਂ ਇਹਨੂੰ ਵਿਚਾਰਨਾ ਵਾ। ਭਗਤ ਜੀ ਦੇ ਨਾਲ ਜੋ ਹੋਇਆ ਪਿੱਛੇ ਆਪਾਂ ਨੂੰ ਗੁਰਬਾਣੀ ਤੋਂ ਹੀ ਪਤਾ ਲੱਗਦਾ। ਆਪਾਂ ਗੁਰਬਾਣੀ ਨੂੰ ਹੀ ਮੰਨਣਾ, ਇਹੀ ਪੱਕੀ ਬਾਣੀ ਹੈ। ਜੇ ਆਪਾਂ ਆਨੰਦ ਸਾਹਿਬ ਦੇ ਬਚਨ ਲਈਏ ਤੀਜੀ ਪਾਤਸ਼ਾਹੀ ਦੇ, ਸਤਿਗੁਰ ਵਾਜੋਂ ਕੱਚੀ ਬਾਣੀ ਕਹਿੰਦੇ ਕੱਚੇ। ਇਸ ਕਰਕੇ ਗੁਰਬਾਣੀ ਤੋਂ ਬਿਨਾਂ ਜਿੰਨੀਆਂ ਵੀ ਮੱਤਾਂ ਨੇ ਸਾਡੀਆਂ, ਮਾਨਵ ਸੋਚਾਂ ਨੇ ਸਾਰੀਆਂ, ਇਹ ਸਤਿਗੁਰ ਦੀ ਬਾਣੀ ਹੈ, ਇਹ ਪੱਕੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਇਹਨੂੰ ਸਤ ਕਰਕੇ ਮੰਨਣਾ, ਫਿਰ ਸਾਨੂੰ ਦਿਵ ਦ੍ਰਿਸ਼ਟੀ ਮਿਲਣੀ ਹੈ, ਫਿਰ ਸਾਡਾ ਦੁੱਖਾਂ ਦਾ ਛੁਟਕਾਰਾ ਹੋਣਾ। ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਜਪਜੀ ਸਾਹਿਬ ਬਚਨ ਨੇ ਸਤਿਗੁਰਾਂ ਦੇ। ਫਿਰ ਤੁਹਾਨੂੰ ਦੁੱਖ ਸਾਗਰ ਚੋਂ ਕੱਢ ਕੇ ਗੁਰ ਸ਼ਬਦ ਦੀ ਕਮਾਈ ਕੀਤੀ ਹੋਈ ਤੁਹਾਨੂੰ ਸੁੱਖ ਸਾਗਰ ਲੈ ਜਾਊਗੀ। ਫਿਰ ਤੁਹਾਡੀ ਭਗਤੀ ਸ਼ੁਰੂ ਹੋਣੀ ਹੈ ਨਾਮ ਬਾਰੇ। ਇਹ ਭਗਤ ਕਬੀਰ ਜੀ ਨਾਲ ਵੀ ਕਲੇਸ਼ ਹੋਇਆ ਵਾ। ਇਸਲਾਮ ਦਾ ਰਾਜ ਸੀਗਾ, ਕੁਛ ਭਗਤ ਜੀ ਨੇ ਉਹਨਾਂ ਦੇ ਪਤਾ ਲੱਗਦਾ ਵਾ, ਸੋ ਲੋਕਾਂ ਤੋਂ ਕੋਈ ਕਲੇਸ਼ ਹੋਇਆ। ਜਾ ਕੇ ਉਹਨਾਂ ਨੇ ਜਿਵੇਂ ਭਗਤ ਨਾਮਦੇਵ ਜੀ ਬਾਰੇ ਉਹ ਚੁਗਲੀ ਕੀਤੀ ਸੀਗੀ। ਰਾਜੇ ਲਾਈ ਲੱਗ ਹੁੰਦੇ ਨੇ, ਜਿਹੜੇ ਰਾਜੇ ਸਿਆਣੇ ਹੁੰਦੇ ਨੇ ਉਹ ਧਰਮੀ ਹੁੰਦੇ ਨੇ। ਜਦ ਤੱਕ ਰਾਜ ਦੀ ਇੱਛਾ, ਮਾਇਆ ਦੀ ਇੱਛਾ ਹੁੰਦੀ ਹੈ, ਉਹਨਾਂ ਨੂੰ ਸੁਣਨੀ ਹੀ ਪੈਂਦੀ ਹੁੰਦੀ ਹੈ। ਜਿਹੜੇ ਧਰਮੀ ਹੁੰਦੇ ਨੇ, ਧਰਮੀ ਕੌਣ ਹੁੰਦੇ ਨੇ? ਬੁੱਧਵਾਨ, ਜਿਹਨਾਂ 'ਤੇ ਕਿਰਪਾ ਹੋ ਚੁੱਕੀ ਹੁੰਦੀ ਹੈ, ਉਹਨਾਂ ਦੀ ਪ੍ਰਜਾ ਵੀ ਸੁਖੀ ਰਹਿੰਦੀ ਹੈ। ਪਿੱਛੇ ਆਪਾਂ ਪੜ੍ਹ ਕੇ ਦੇਖੀਏ, ਫਿਰ ਬਹੁਤ ਲੰਬਾ ਹੋ ਜਾਊਗਾ। ਇਸ ਕਰਕੇ ਆਪਾਂ ਭਗਤ ਕਬੀਰ ਜੀ ਵਾਲਾ ਇਹ ਪ੍ਰਸੰਗ ਲਈਏ, ਪਤਾ ਲੱਗਦਾ ਵਾ। ਕਬੀਰ ਜੀ ਦਾ ਆਪਾਂ ਸਲੋਕ ਪੜ੍ਹਦੇ ਹਾਂ, ਕਬੀਰ ਹਜ ਕਾਬੇ ਹੋ ਜਾਏ ਤਾਂ ਆਗੇ ਮਿਲਿਆ ਖੁਦਾਏ, ਸਾਈਂ ਮੁਝ ਸਿਉ ਲਰ ਪਰਿਆ ਤੁਝੇ ਕਿਨ ਫਰਮਾਈ ਗਾਏ। ਇਹ ਪਤਾ ਲੱਗਦਾ ਵਾ ਵੀ ਜਿਵੇਂ ਕੋਈ ਸੰਗਤ ਉੱਥੋਂ ਆਈ ਹੋਵੇ ਹਜ ਕਰਕੇ, ਔਰ ਭਗਤ ਕਬੀਰ ਜੀ ਨਾਲ ਵਿਚਾਰ ਹੋਈ ਹੋਵੇ ਵੀ ਉੱਥੇ ਗਏ ਸੀਗੇ ਅਸੀਂ ਹਜ ਕਰਨ, ਅਤੇ ਉਹਨਾਂ ਨੇ ਕਿਹਾ ਵੀ ਅੱਲਾ ਦਾ ਦਰਸ਼ਨ ਹੋਇਆ ਭਾਈ? ਕਹਿੰਦੇ ਨਹੀਂ। ਸਮਝਾਉਣ ਦਾ ਤਰੀਕਾ ਸੀ, ਬਾਣੀ ਦਾ ਸਮਝਾਉਣ ਦੀ ਥਿਊਰੀ ਹੈ। ਜਿਵੇਂ ਅਵੈਸੀਆਂ ਵਾਲੇ ਵੱਡੇ ਵੱਡੇ ਜਿਹੜੇ ਇੰਟਰਵਿਊ ਲੈਂਦੇ ਨੇ, ਉਹ ਸਾਡੇ ਅੰਦਰੋਂ ਬੁਲਾ ਲੈਂਦੇ ਨੇ ਸਾਨੂੰ। ਇਵੇਂ ਬਾਣੀ ਸਾਨੂੰ ਜਿਹੜੀ ਹੈਗੀ ਆ ਕੋਸ਼ਦੀ ਹੈ, ਸਾਡੇ 'ਚ ਕਮੀਆਂ ਨੇ। ਉਹੀ ਪਤਾ ਲੱਗਦਾ ਵਾ ਵੀ ਉਹਨਾਂ ਨੇ ਫਿਰ ਸ਼ਿਕਾਇਤ ਕੀਤੀ ਹੋਵੇ। ਇਸਲਾਮ ਦਾ ਰਾਜ ਸੀਗਾ, ਰਾਜੇ ਨੇ ਫਿਰ ਉਹ ਕੋਈ ਇਹਨਾਂ ਨੇ ਮਤਾ ਪਕਾਇਆ। ਅੱਗੇ ਆਪਾਂ ਵਿਚਾਰ ਕਰਾਂਗੇ। ਉਹ ਪਿਲਾਬਾਦ ਕਰ ਪੂਜਾ ਬਾਂਧ ਪਿਲਾ ਕਰ ਡਾਰਿਓ। ਪਿਲਾ ਹੁੰਦੀ ਹੈ, ਉਹ ਹੱਥਾਂ ਨੂੰ ਬੰਨ੍ਹ ਕੇ ਲੱਤਾਂ ਦੇ ਵਿੱਚ ਦੀ ਸੋਟੀ ਕੱਢ ਦਿੰਦੇ ਨੇ, ਉਹਨੂੰ ਪਿਲਾ ਕਹਿੰਦੇ ਨੇ। ਉਹ ਫਿਰ ਆਪਾਂ ਅੱਗੇ ਵਿਚਾਰਦੇ ਹਾਂ। ਜੇ ਆਪਾਂ ਦੂਆ ਸਲੋਕ ਵੀ ਲਈਏ ਭਗਤ ਕਬੀਰ ਜੀ ਦਾ, ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਵਾਰ ਕਬੀਰ
ਸਾਈਂ ਮੁਝ ਮੈਂ ਕਿਆ ਖਤਾ ਮੁੱਖੋਂ ਨਾ ਬੋਲੇ ਪੀਰ। ਇਹ ਵੀ ਜਿਹੜਾ ਸਲੋਕ ਹੈ ਉਸ ਵੇਲੇ ਦਾ ਹੀ ਲੱਗਦਾ ਹੈ, ਕਿਉਂਕਿ ਜਿੰਨੀ ਵੀ ਗੁਰਬਾਣੀ ਉਚਾਰੀ ਗਈ ਹੈ ਇਹਦੇ ਪਿੱਛੇ ਬੈਕਗਰਾਉਂਡ ਪਿਛਲੇ ਧਰਮਾਂ ਦੀ, ਉਹਨਾਂ ਦੀਆਂ ਕਮੀਆਂ ਉਹਨਾਂ ਦੇ ਚਿੰਨ੍ਹਾਂ ਦੇ ਵਿੱਚੋਂ ਸਮਝਾਈਆਂ ਗਈਆਂ। ਜੋਗੀਆਂ ਨੂੰ ਜਿਵੇਂ ਗੁਰੂ ਸਾਹਿਬਾਨਾਂ ਨੇ ਸਮਝਾਈਆਂ, ਸਾਰੇ ਧਰਮਾਂ ਨੂੰ ਬਾਣੀ ਸਮਝਾਉਂਦੀ ਹੈ। ਜਿੰਨੇ ਅਸੀਂ ਧਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ ਹੀ ਹੁੰਦੇ ਨੇ। ਇੱਥੋਂ ਹੀ ਪਤਾ ਲੱਗਦਾ ਵਾ ਵੀ ਫਿਰ ਉਹ ਸ਼ਿਕਾਇਤ ਕੀਤੀ ਔਰ ਰਾਜੇ ਨੇ ਕਿਹਾ ਵੀ ਲਿਆਓ ਉਹਨੂੰ ਕਬੀਰ ਜੀ ਨੂੰ, ਫਿਰ ਅਖਦਾ ਦੇਖ ਹੀ ਲੈਂਦੇ ਹਾਂ ਉਹਦਾ। ਜੇ ਤੁਹਾਨੂੰ ਮਿਲਿਆ ਵਾ, ਤੁਹਾਨੂੰ ਹੱਜ ਗਿਆ ਨੂੰ ਨਹੀਂ ਮਿਲਿਆ, ਅੱਜ ਦੇਖ ਹੀ ਲੈਂਦੇ ਹਾਂ ਭਾਈ ਉਹਨੂੰ। ਫਿਰ ਇੱਥੋਂ ਸ਼ੁਰੂ ਹੁੰਦੀ ਆ ਆਪਾਂ ਕਬੀਰ ਜੀ ਦਾ ਸਲੋਕ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ। ਤਿਆਰੀ ਕੀਤੀ ਹੋਈ ਸੀ ਉਹਨਾਂ ਨੇ, ਰਾਜੇ ਨੇ, ਅਤੇ ਉਹਨਾਂ ਨੇ ਹਾਥੀ ਦੇ ਮੂਹਰੇ ਜਦੋਂ ਭਗਤ ਕਬੀਰ ਜੀ ਨੂੰ ਕੀਤਾ ਅਤੇ ਹਸਤੀ ਕਰੋਪ ਦੇ ਵਿੱਚ ਆ ਕੇ ਉਹਨੇ ਮਾਰਿਆ ਭਗਤ ਕਬੀਰ ਜੀ ਦੇ। ਹੁਣ ਦੇਖਣ ਵਾਲੀ ਇਹ ਗੱਲ ਹੈ, ਵਿਚਾਰਨ ਵਾਲੀ ਹੈ, ਕਿੱਥੇ ਹਾਥੀ ਕਿੱਥੇ ਕਾਮ ਆਦਮੀ। ਪਰ ਉਹ ਤਾਂ ਉਹਦੇ ਸੰਤ ਜਨ ਨੇ, ਉਹਨਾਂ ਨੂੰ ਤਾਂ ਕੀ ਹੋਣਾ ਵਾ। ਇਹ ਤਾਂ ਆਪਾਂ ਵੈਸੇ ਵਿਚਾਰ ਨਹੀਂ ਹੈ ਵੀ ਜਿਹੜੇ ਸੰਤ ਹੁੰਦੇ ਨੇ ਉਹ ਕਿਹੋ ਜਿਹੇ ਹੁੰਦੇ ਨੇ। ਸੰਸਾਰ ਦੇ ਵਿੱਚ ਅਸੀਂ ਦੇਖਦੇ ਹੀ ਹਾਂ, ਜਿਹੜੇ ਲੋਕ ਆਪਦਾ ਆਪ ਬਚਾ ਨਹੀਂ ਕਰ ਸਕਦੇ, ਦੂਏ ਨੂੰ ਕੀ ਤਾਰਨਗੇ ਉਹ। ਆਪਾਂ ਤਾਂ ਉਹੀ ਵਿਚਾਰ ਕਰਨੀ, ਉਹ ਤਾਂ ਜੋ ਹੈ ਕੁਦਰਤ ਦੇ ਭਗਤ ਜਨ ਹੁੰਦੇ ਆ, ਉਹਨਾਂ 'ਤੇ ਕੋਈ ਉਂਗਲੀ ਨਹੀਂ ਲਾ ਸਕਦਾ। ਸੁਖਮਨੀ ਸਾਹਿਬ 'ਚ ਬਚਨ ਨੇ ਸਤਿਗੁਰਾਂ ਦੇ, ਆਪਣੇ ਜਨ ਕਾ ਪਰਦਾ ਢੱਕ ਕੇ, ਆਪਣੇ ਜਨ ਕੀ ਸਿਰ ਪਰ ਰੱਖ ਕੇ, ਆਪਣੇ ਜਾਨ ਕੋ ਦੇ ਵਡਾਈ, ਸੇਵਕ ਕੋ ਨਿਕਟੀ ਹੋਏ ਦਿਖਾਏ, ਜਹ ਜਹ ਕਾਜ ਸੇਵਕ ਕੇ। ਇਹ ਸਾਰੇ ਜਿਹੜੇ ਹੈਗੇ ਨੇ ਉਪਦੇਸ਼ ਨੇ, ਇਹ ਸਾਨੂੰ ਸੰਸਾਰੀ ਜੀਵਾਂ ਨੂੰ ਧਲਾਸਾ ਦੇਣ ਖਾਤਰ ਨੇ ਗੁਰਬਾਣੀ ਦੇ, ਹੋਰ ਤਾਂ ਕੋਈ ਹੈ ਹੀ ਨਹੀਂ ਗਾ। ਹੋਰ ਤਾਂ ਸਾਰੇ ਭੈ ਦੇਣ ਵਾਲੇ ਨੇ। ਬਾਣੀ ਭੈ ਕੱਢਦੀ ਆ ਆਪਣਾ। ਹਾਥੀ ਨੇ ਫਿਰ ਉਹ ਕਹਿੰਦੇ ਮਾਰਿਆ, ਫਿਰ ਲੱਗਿਆ ਕਿਉਂ ਨਹੀਂ ਭਾਈ? ਸਹੀ ਤਾਂ ਕੌਤਕ ਨੇ ਕੁਦਰਤ ਦੇ। ਹਸਤ ਭਾਗ ਕੇ ਚੀਸਾਂ ਮਾਰੇ, ਕਹਿੰਦੇ ਹਾਥੀ ਭੱਜ ਲਿਆ। ਭੱਜ ਕੇ ਉਹ ਚੀਕਾਂ ਮਾਰਦਾ ਵਾ, ਇਹਾਂ ਮੂਰਤ ਕੈ ਹਉ ਬਲਿਹਾਰੇ। ਉਹ ਕਹਿੰਦੇ ਹੈਰਾਨ ਹੈ ਹਾਥੀ ਵੀ, ਮੁਹਾਵਤ ਵੀ ਹੈਰਾਨ ਹੈ, ਕਾਜੀ ਵੀ ਹੈਰਾਨ ਹੈ, ਰਾਜਾ ਵੀ ਹੈਰਾਨ ਹੈ, ਸਾਰੀ ਪ੍ਰਜਾ ਹੈਰਾਨ ਹੋ ਗਈ ਵੀ ਕੀ ਗੱਲ ਹੈ। ਇੱਕ ਫੱਕਰ ਹੈ, ਔਰ ਹਾਥੀ ਨੇ ਮਾਰਿਆ, ਉਹਦੇ ਲੱਗਿਆ ਨਹੀਂ ਗਾ, ਔਰ ਹਾਥੀ ਰੋਈ ਜਾਂਦਾ ਵਾ। ਉਹੀ ਸਮਝਾ ਰਹੇ ਨੇ ਭਗਤ ਜੀ, ਇਹਾਂ ਮੂਰਤ ਕੇ ਹਉ ਬਲਿਹਾਰੇ। ਇਹ ਬਾਅਦ ਦੇ ਵਿੱਚ ਭਗਤ ਕਬੀਰ ਜੀ ਨੇ ਸਾਰਾ ਸਮਝ ਕੇ ਆਪਾਂ ਨੂੰ ਇਹ ਦੱਸਿਆ ਵਾ, ਜਿਹੜੇ ਸੰਤ ਜਨ ਹੁੰਦੇ ਆ ਉਹਨਾਂ ਨੂੰ ਕੋਈ ਤੰਗ ਨਹੀਂ ਕਰ ਸਕਦਾ, ਕਿਉਂਕਿ ਉਹ ਤਿੰਨ ਲੋਕ ਮਾਇਆ ਪਾਰ ਕਰ ਗਏ ਹੁੰਦੇ, ਚੌਥੇ ਉਹਦੇ ਚਰਨਾਂ 'ਚ ਬੈਠੇ ਹੁੰਦੇ ਨੇ, ਧਿਆਨ ਕਰਕੇ, ਸਰੀਰ ਕਰਕੇ ਸੰਸਾਰ 'ਚ ਹੁੰਦੇ। ਜਿੰਨੇ ਵੀ ਗੁਰੂ ਭਗਤ ਸਾਹਿਬਾਨ ਹੋਏ ਨੇ, ਇਹ ਧਿਆਨ ਮਾਰਨਾ ਤੁਸੀਂ, ਸਾਰੀ ਸੰਗਤ ਨੇ ਵਿਚਾਰ ਕਰਨੀ ਹੈ। ਉਹ ਸਰੀਰ ਕਰਕੇ ਇੱਥੇ ਹੁੰਦੇ ਆ ਭਾਈ, ਉਹ ਧਿਆਨ ਕਰਕੇ ਤਾਂ ਉਹਦੇ ਚਰਨਾਂ 'ਚ ਨੇ। ਉਹਨੂੰ ਕੌਣ, ਉਹਦਾ ਕੀ ਵਿਗਾੜੋ? ਉਹਦਾ ਕੌਤਕ ਨੇ ਕੁਦਰਤ ਦੇ। ਹੁਣ ਕੌਤਕ ਹੋ ਰਿਹਾ ਹੈ, ਹਾਥੀ ਨੇ ਮਾਰਿਆ, ਮਾਰਨ ਸਾਰ ਹਾਥੀ ਰੋਣ ਲੱਗ ਗਿਆ। ਉਹ ਹੈਰਾਨ ਆ, ਜਾਂ ਮੂਰਤ ਕੇ ਹਉ ਬਲਿਹਾਰੇ। ਅੱਗੋਂ ਕੀ ਜਵਾਬ ਆਉਂਦਾ? ਆਹ ਮੇਰੇ ਠਾਕਰ ਤੁਮਰਾ ਜੋਰ, ਕਾਜੀ ਵਕਬੋ ਹਸਤੀ ਤੋਰ। ਕਾਜੀ ਮੁਹਾਵਤ ਨੂੰ ਕਹਿੰਦਾ ਹੈ, ਹਾਥੀ ਨੂੰ ਤੋਰ ਭਾਈ। ਹਾਥੀ ਰੋਂਦਾ ਵਾ, ਹਾਥੀ ਚੀਕਾਂ ਮਾਰਦਾ ਵਾ, ਕੀ ਹੈ ਫਿਰ ਉਹਦੇ ਵਿੱਚ? ਕਿੱਥੇ ਹਾਥੀ, ਕਿੱਥੇ ਕਾਮ ਸਰੀਰ? ਆਪਾਂ ਦੇਖਦੇ ਹੀ ਹਾਂ ਸੰਸਾਰ ਦੇ ਵਿੱਚ, ਕਈ ਵਾਰੀ ਦੇਖਦੇ ਹਾਂ ਐਕਸੀਡੈਂਟ ਵੱਡੇ ਵੱਡੇ ਹੋ ਜਾਂਦੇ ਆ ਭਾਈ, ਔਰ ਬੱਚੇ ਬਚ ਜਾਂਦੇ ਨੇ। ਉਹਨਾਂ ਨੂੰ ਕੌਣ ਬਚਾਉਂਦਾ? ਇਹ ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਏ। ਭਗਤ ਕਬੀਰ ਜੀ ਕਹਿੰਦੇ ਜਾਣਦੇ ਨਹੀਂ ਹੈਗੇ ਭਾਈ ਕਿਹਦੇ ਨੇ ਇਹ ਸਾਰੇ। ਇੱਕ ਸ ਪਿਤਾ ਇੱਕ ਸਕੇ ਹਮ ਬਾਰਕ, ਇਹ ਸਾਰੇ ਇੱਕ ਦੀ ਔਲਾਦ ਹੈ ਆਪਾਂ ਭਾਈ, ਸੋਚ ਕਰਕੇ ਲੱਗ ਹੋਏ ਹੋਏ। ਉਹੀ ਬਚਾਉਂਦਾ ਵਾ, ਉਹ ਸਰੀਰ ਕਰਕੇ ਨਹੀਂ ਹੈਗਾ। ਪ੍ਰਕਾਸ਼ ਰੂਪ ਇੱਕ ਸ਼ਕਤੀ ਹੈ, ਜਦੋਂ ਸਾਡੇ ਅੰਦਰੋਂ ਉਹ ਚਲੀ ਜਾਂਦੀ ਹੈ ਜੋਤ ਨੂਰ, ਇਹ ਸਰੀਰ ਢੇਰੀ ਹੋ ਜਾਂਦਾ ਵਾ, ਚਾਹੇ ਇਹ ਰਾਜਾ ਵਾ ਚਾਹੇ ਭਿਖਾਰੀ ਹੈ। ਕਲੇਸ਼ ਦਿੱਤਾ ਜਾ ਰਿਹਾ ਭਗਤ ਕਬੀਰ ਜੀ ਨੂੰ, ਉਹ ਡੋਲਦੇ ਹੀ ਨਹੀਂ ਹੈਗੇ। ਇੱਥੇ ਦੇਖ ਲਓ, ਅੱਜ ਆਪਾਂ ਸੰਸਾਰ 'ਚ ਧਰਮ ਦੀ ਦੁਨੀਆ 'ਚ ਨਿਗਾਹ ਮਾਰ ਕੇ ਦੇਖੋ ਕੀ ਹਾਲ ਹੋ ਰਿਹਾ। ਇੰਨੀ ਤਾਂ ਅਕਲ ਹੈ ਹੀ ਆਪਾਂ ਨੂੰ, ਇੰਨਾ ਤਾਂ ਸਮਝ ਸਕਦੇ ਹਾਂ। ਜੇ ਸਮਝ ਕੇ ਵੀ ਫਿਰ ਅਸੀਂ ਉੱਧਰ ਨੂੰ ਜਾਂਦੇ ਹਾਂ, ਫਿਰ ਆ ਭਾਗੇ ਹੀ ਹੈ।
ਜੇ ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਗੁਰ ਕੀ ਮਤੁ ਲਿਹ ਉਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਜਿਹੜੇ ਭਗਤੀ ਤੋਂ ਬਿਨਾਂ, ਕੁਦਰਤ ਦੀ ਰਹਿਮਤ ਤੋਂ ਬਿਨਾਂ ਆਪ ਮਾਲਕ ਬਣ ਗਏ ਦੁਨੀਆ ਦੇ, ਉਹ ਡੁੱਬ ਗਏ। ਪਰ ਅਸੀਂ ਉੱਧਰ ਨੂੰ ਜਾਂਦੇ ਹਾਂ, ਕਿਉਂਕਿ ਲਾਲਚੀ ਅਸੀਂ, ਲੋਭੀ ਹਾਂ, ਤਾਂ ਜਾਂਦੇ ਹਾਂ। ਧਰਮ ਸਾਨੂੰ ਲੋਭ ਦਿੰਦੇ ਨੇ, ਬਾਣੀ ਲੋਭ ਨਹੀਂ ਦਿੰਦੀ ਹੈਗੀ। ਪਰਖੇ ਗੁਰ ਕੀ ਬਾਤ ਖਰੀ, ਗੁਰ ਸਮਝਾਉਂਦੇ ਨੇ ਪਹਿਲਾਂ ਬਚਨ ਨੂੰ, ਵਿਚਾਰ ਭਾਈ ਇਹਨੂੰ ਪਰਖ, ਜੇ ਤੇਰੇ ਕੰਮ ਦੀ ਹੈ ਤਾਂ ਕਰ ਲੈ, ਨਹੀਂ ਛੱਡਦੇ। ਫਿਰ ਜਦੋਂ ਮਨ ਬੁੱਧੀ ਨੂੰ ਗਿਆਨ ਹੁੰਦਾ ਹੈ, ਫਿਰ ਨਹੀਂ ਛੱਡਦੀ ਇਹ ਗਿਆਨ ਤੋਂ ਬਿਨਾਂ ਅੰਨ੍ਹਾ ਹੈ, ਤਿਉਂ ਤੈਨੂੰ ਕਾਲ ਲੈ ਜਾਂਦਾ ਹੈ। ਰੇ ਮੁਹੱਬਤ ਤੁਝ ਡਾਰੋਂ ਕਾਟ, ਕਾਜੀ ਗੁੱਸੇ ਹੁੰਦਾ ਵਾ ਮੁਹੱਬਤ ਨੂੰ, ਵੀ ਤੂੰ ਹਾਥੀ ਨੂੰ ਤੋੜਦਾ ਕਿਉਂ ਨਹੀਂ? ਇਸੇ ਤਰਾਵੋ ਘਾਲੋ ਸਾਠ ਨੂੰ ਸੱਟ ਹੋਰ ਮਾਰ। ਪਰ ਹਾਥੀ ਤੁਰਦਾ ਨਹੀਂ, ਹਾਥੀ ਰੋਈ ਜਾਂਦਾ ਹੈ। ਕਿਉਂ ਰੋਂਦਾ ਵਾ ਹਾਥੀ? ਹਾਥੀ ਨੂੰ ਕੀ ਦਿਖ ਰਿਹਾ ਵਾ? ਵਾਕੇ ਹਿਰਦੇ ਬਸੇ ਭਗਵਾਨ। ਹਾਥੀ ਦੇ ਅੰਦਰ ਕੌਣ ਬੈਠਾ ਹੈ ਭਾਈ? ਬਸ ਆਹੀ ਤਾਂ ਸਮਝਣ ਵਾਲੀ ਗੱਲ ਸੀਗੀ। ਉਹ ਨਾਥ ਹੈ, ਸਾਰੀ ਸ੍ਰਿਸ਼ਟੀ ਨੂੰ ਨੱਥ ਪਾਈ ਹੋਈ ਆ ਉਹਨੇ। ਉਹ ਕੁਝ ਵੀ ਕਰ ਸਕਦਾ ਹੈ। ਜੇ ਆਪਾਂ ਅਰਦਾਸ ਕਰਦੇ ਨਾ, ਤੁਮ ਠਾਕਰ ਤੁਮ ਪੇ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਜੀਓ ਪਿੰਡ, ਜੀਵ ਆਤਮਾ ਪਿੰਡ, ਸਰੀਰ ਸਾਰੇ ਤਾਂ ਉਹਦੇ ਨੇ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਸਾਰੇ ਉਹ ਨੇ। ਜਿੰਨੀ ਸ੍ਰਿਸ਼ਟੀ ਹੈ ਗਿਆਨ ਸੂਤ ਨਾ ਬੰਨ੍ਹ ਕੇ ਰੱਖੀ ਹੋਈ ਹੈ। ਇਹ ਤਾਂ ਕੌਤਕ ਨੇ ਉਹਦੇ। ਜਿਹੜੇ ਭਗਤ ਜਨ ਹੁੰਦੇ, ਅਡੋਲ ਹੁੰਦੇ, ਉਹਨਾਂ ਨੂੰ ਪਰਵਾਹ ਹੀ ਨਹੀਂ ਹੁੰਦੀ ਹੈਗੀ, ਕਿਉਂਕਿ ਸਰੀਰ ਕਰਕੇ ਇੱਥੇ ਹੁੰਦੇ ਨੇ, ਧਿਆਨ ਕਰਕੇ ਤਾਂ ਉਹਦੇ ਕੋਲੇ ਹੁਣ ਡਰਨ ਕਾਹਤੇ ਹੋ? ਜਿਸ ਤੂੰ ਰੱਖੇ ਤਿਸ ਬਾਰੇ ਕੌਣ, ਜਿਸ ਮਾਰੇ ਤੂੰ ਬਚਾਵੇ ਕੌਣ। ਅਨੇਕਾਂ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਮਝਾਇਆ ਭਾਈ। ਮਾਰੇ ਰਾਖੇ ਏਕੋ ਆਪ, ਮਾਨਸ ਕੇ ਕਿਛ ਨਹੀਂ ਆਤ। ਫਿਰ ਵੀ ਅਸੀਂ ਡਰੀ ਜਾਂਦੇ। ਕਿਉਂ ਡਰਦੇ ਹਾਂ? ਕੀ ਕਾਰਨ ਹੈ? ਕਾਹਤੇ ਡਰਦੇ ਹਾਂ? ਇਹ ਮਾਇਆ ਸਾਨੂੰ ਨਾ ਭੈ ਦੇ ਕੇ ਰੱਖਦੀ ਹੈ। ਆਪਾਂ ਨੂੰ ਕਿਵੇਂ ਪਤਾ ਲੱਗਦਾ? ਭਗਤ ਕਬੀਰ ਜੀ ਇਹ ਸਮਝਾਉਂਦੇ ਨੇ, ਕਬੀਰ ਮਾਇਆ ਡੋਲਨੀ, ਡਲਾਉਂਦੀ ਹੈ ਭਾਈ। ਜਦ ਤੱਕ ਸਾਡੇ ਅੰਦਰ ਮਾਇਆ ਕੀ ਹੈ? ਇੱਛਾ ਵੱਧਦੀਆਂ ਚਲੀ ਜਾਂਦੀਆਂ ਨੇ, ਇੱਛਾ ਸਾਡੀਆਂ ਰੁਕਦੀਆਂ ਹੀ ਨਹੀਂ। ਅਸੀਂ ਬਾਹਰੋਂ ਰੋਕਦੇ ਹਾਂ, ਜਿੰਨੇ ਧਰਮ ਕਰਮ ਕਰਦੇ, ਬਾਹਰੋਂ ਕਿਵੇਂ ਰੋਕੂ? ਪਾਣੀ ਪਿੱਛੋਂ ਆ ਰਿਹਾ ਵਾ 1-2 ਕਿਲੋਮੀਟਰ ਤੋਂ, ਅਤੇ ਬੰਨ੍ਹ ਲਾਉਂਦੇ ਅਸੀਂ 2 ਕਿਲੋਮੀਟਰ 'ਤੇ ਆ ਕੇ, ਅਤੇ ਪਾਣੀ ਕਿਵੇਂ ਰੁਕੂਗਾ? ਇਹ ਜਿੱਥੋਂ ਪਾਣੀ ਆਉਂਦਾ ਵਾ, ਜਿੱਥੋਂ ਇੱਛਾ ਉੱਠਦੀਆਂ ਨੇ, ਉੱਥੋਂ ਹੀ ਬੰਨਣਾ। ਬਾਣੀ ਉੱਥੋਂ ਬੰਨ੍ਹਦੀ ਹੈ, ਮਨ ਦੇ ਅੰਦਰੋਂ ਇੱਠਦੀ। ਮਨ ਨੂੰ ਹੀ ਬੰਨਣਾ, ਬਾਣੀ ਮਨ ਨੂੰ ਹੀ ਬੰਨ੍ਹਦੀ। ਮਨ ਨੂੰ ਬਸ ਕਰਨ ਦੀ ਵਿਧੀ ਹੈ। ਪਰ ਜੇ ਅਸੀਂ ਆਪਦੀ ਮੱਤ ਨਾਲ ਚੱਲਦੇ ਰਹੇ, ਫਿਰ ਅੱਖਾਂ ਨਾ ਕੰਨ ਨਾ ਜੀਵ, ਇਹ ਸਰੀਰ ਕਦੇ ਵੀ ਇਹ ਸੰਤੁਸ਼ਟ ਨਹੀਂ ਹੋ ਸਕਦੀ, ਤ੍ਰਿਸ਼ਨਾ ਨਹੀਂ ਹੋ ਸਕਦੀ। ਸਤਿਗੁਰਾਂ ਦੇ ਵਚਨ ਨੇ, ਅੱਖੀਂ ਵੇਖ ਨ ਰੱਜੀਆਂ ਬਹੁ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਪੈ ਹਾਸੇ। ਆਦਿ ਜੀਵ ਨ ਰੱਜੀਆਂ ਕਰ ਭੋਗ ਬਲਾਸੇ, ਰੱਜ ਨ ਕੋਈ ਜੀਵਿਆ ਕੂੜੇ ਪਰਵਾਸੇ। ਵੀਰ ਪ੍ਰੀਤ ਦਾ ਪਿਰਹੇੜੀ ਸੱਚੀ ਰਹਿ ਰਾਸੇ। ਸੱਚ ਦੇ ਗਿਆਨ ਤੋਂ ਬਿਨਾਂ ਇਹ ਸੰਤੋਖ ਨਹੀਂ ਇਹਨਾਂ ਨੂੰ ਆਉਂਦਾ ਹੈਗਾ। ਅਸੀਂ ਧਰਮ ਕਰਮ ਤਾਂ ਕਰਦੇ ਹਾਂ, ਪਰ ਸਾਡੇ ਗਿਆਨ ਇੰਦਰੀਆਂ ਦੀ ਜਿਹੜੀ ਡੋਰ ਹੈ, ਉਹ ਨਾਮ ਸਰੋਵਰ ਤੱਕ ਨਹੀਂ ਜਾਂਦੀ ਭਾਈ। ਜਿੰਨੇ ਸਾਡੇ ਕੋਲ ਗਿਆਨ ਇੰਦਰੀ ਕੰਮ ਕਰਦੇ ਨੇ, ਉਹ ਜਿਹੜੀ ਉਹਦੀ ਡੋਰ ਹੈ, ਉਹਦੀ ਜਿਹੜੀ ਪਹੁੰਚ ਹੈ, ਉਹ ਰਾਮ ਸਰੋਵਰ ਤੱਕ ਜਾਂਦੀ ਨਹੀਂ ਹੈਗੀ। 9 ਦਰਵਾਜ਼ੇ ਨਵੇਂ ਦਰ ਫੀਕੇ, 10ਵੇਂ ਅੰਮ੍ਰਿਤ 'ਚ ਬੀਜੇ ਰੇ। 10ਵੇਂ 'ਚ ਜਾਣਾ ਭਾਈ, ਉਹੀ ਦੇਵਲੋਕ ਹੈ, ਉਹੀ ਗੁਰਦੁਆਰਾ ਹੈ, ਉਹੀ ਹਰਮੰਦਰ ਹੈ, ਉਹੀ ਮਸੀਤ ਹੈ। ਹੁਣ ਭਗਤ ਜੀ ਤਾਂ ਉੱਥੇ ਬੈਠੇ ਨੇ। ਹੁਣ ਜਿਹੜੇ ਸੰਸਾਰੀ ਰਾਜ ਦਾ ਹੰਕਾਰ ਹੈ, ਉਹਨਾਂ ਨੂੰ ਦੀਂਦਾ ਨਹੀਂ, ਅੱਗੇ ਆ ਜਾਊਗਾ ਆਪਾਂ। ਰੇ ਮੁਹੱਬਤ ਤੁਝ ਡਾਰੋਂ ਕਾਟ, ਮੁਹੱਬਤ 'ਤੇ ਗੁੱਸੇ ਹੁੰਦਾ ਕਾਜੀ, ਵੀ ਤੂੰ ਹਾਥੀ ਨੂੰ ਤੋੜਦਾ ਨਹੀਂ ਹੈਗਾ। ਇਸੇ ਤਰ੍ਹਾਂ ਉਹ ਘਾਲੋ ਸਾਠੇ ਤੇ ਮਾਰ ਸੱਟ, ਫਿਰ ਮਾਰ ਦੁਬਾਰਾ, ਫਿਰ ਮਾਰ, ਬਾਰ-ਬਾਰ ਉਹਨੂੰ ਜ਼ੋਰ ਦੇ ਕੇ ਕਹਿ ਰਿਹਾ ਹੈ। ਹਸਤੀ ਤੁਰਦਾ ਨਹੀਂ ਹੈ। ਹਸਤ ਨਾ ਤੋਰੇ ਧਰੇ ਧਿਆਨ, ਉਹਦਾ ਹੁਣ ਧਿਆਨ ਲੱਗਿਆ ਅੰਦਰੋਂ, ਤੇ ਕਿਰਪਾ ਹੋ ਚੁੱਕੀ ਹੈ। ਹਾਥੀ 'ਤੇ ਬੰਨ੍ਹ ਕੇ ਬਿਠਾਤਾ ਉਹਨੇ। ਕਿਹਨੇ? ਕੁਦਰਤ ਨੇ। ਇਹਦਾ ਖੇਲ ਹੈ ਕੁਦਰਤ ਦਾ ਭਾਈ। ਵਾਕੇ ਰਹਿਦੇ ਬਸੇ ਭਗਵਾਨ, ਕੀ ਉਹਦੇ ਅੰਦਰ ਹੈ ਨਹੀਂ ਕੋਈ?
ਉਹਦੀ ਵੀ ਨੱਥ ਪਾਈ ਹੋਈ ਆ। ਇੱਕ ਹਾਥੀ ਸਾਰੇ ਪਿੰਡ ਨੂੰ ਉਜਾੜ ਸਕਦਾ ਵਾ, ਉਹਨੂੰ ਗਿਆਨ ਹੀ ਉਹਨਾਂ ਦਿੱਤਾ ਹੈ। ਜਿੰਨੀ ਵੀ 84 ਲੱਖ ਜੂਨੀ ਕੁਦਰਤ ਨੇ ਪੈਦਾ ਕੀਤੀ ਹੈ, ਸਾਰਿਆਂ ਦਾ ਉਹਦੇ ਕੋਲ ਤਰੀਕਾ ਹੈ ਬੰਨ੍ਹ ਕੇ ਰੱਖਣ ਦਾ। ਸਾਰਿਆਂ ਨੂੰ ਉਹਨੇ ਬੰਨ੍ਹ ਕੇ ਰੱਖਿਆ ਹੋਇਆ। ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ। ਪਰ ਅਸੀਂ ਹੁਕਮ ਬੁੱਝਣ ਆਏ ਸੀਗੇ, ਅਸੀਂ ਤਾਂ ਆਪ ਹੀ ਹੁਕਮ ਕਰਨ ਲੱਗ ਗਏ। ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰਖ ਕੰਠ ਪਰੋਏ। ਹੁਕਮ ਬੁੱਝਣ ਆਏ ਹਾਂ ਭਾਈ। ਬਾਣੀ ਹੁਕਮ ਦੀ ਵਿਆਖਿਆ ਹੀ ਕਰਦੀ ਹੈ, ਉਹਦੇ ਗੁਣਾਂ ਦੀ ਵਿਆਖਿਆ ਹੀ ਕਰਦੀ ਹੈ। ਵਾਕੇ ਹਿਰਦੇ ਵਸੇ ਭਗਵਾਨ, ਹਾਥੀ ਨਹੀਂ ਜਾ ਰਿਹਾ। ਅੱਗੇ ਆ ਗਿਆ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਸੰਤ ਨੇ ਇਹ ਜੀ ਕੀ ਗੱਲ ਕਹਿਤੀ ਭਾਈ? ਸੱਚੀ ਕਿਹਾ ਸੀਗਾ ਵੀ ਜਦੋਂ ਇਹ ਸੰਸਾਰ ਸਜਿਆ ਨਹੀਂ ਸੀਗਾ, ਕੁਦਰਤ ਨੇ ਬਣਾਇਆ ਨਹੀਂ ਸੀਗਾ, ਅਰਬਦ ਨਰਬਦ ਧੰਦੂਕਾਰਾ ਸੁਨ ਸਮਾਧ ਲਗਾਏ ਨਾ, ਉਦੋਂ ਇਹ ਧਰਮ ਕਿੱਥੇ ਸੀਗੇ? ਇਹ ਤਾਂ ਬਾਅਦ 'ਚ ਪੈਦਾ ਹੋਏ ਨੇ। ਮਨੁੱਖਾ ਦੇਹੀ ਬਹੁਤ ਬਾਅਦ 'ਚ ਪੈਦਾ ਹੋਈ ਹੈ। ਪਹਿਲਾਂ ਥੱਲਿਓਂ ਆਇਆ ਸਾਰਾ ਕੁਛ, ਪਾਣੀ ਤੋਂ ਪੈਦਾ ਕੀਤਾ, ਪਹਿਲਾਂ ਹਵਾ ਪੈਦਾ ਕੀਤੀ ਉਹਨੇ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਤਾਂ ਬਹੁਤ ਬਾਅਦ ਦੀ ਗੱਲ ਹੈ ਮਨੁੱਖਾ ਦੇਹੀ ਧਾਰੀ। ਉਦੋਂ ਧਰਮ ਕਿੱਥੇ ਸੀ? ਉਦੋਂ ਮੰਦਰ ਮਸਜਿਦ ਸਾਰੇ ਕਿੱਥੇ ਸੀਗੇ? ਉਹੀ ਕਿਤੇ ਭਗਤ ਜੀ ਨੇ ਕਿਹਾ ਉਹਨਾਂ ਨੂੰ, ਸੰਗਤ ਨੂੰ, ਉਹਨਾਂ ਨੇ ਜਾ ਕੇ ਰਾਜੇ ਨੂੰ ਚੁਗਲੀ ਕੀਤੀ। ਕਿਆ ਅਪਰਾਧ ਸੰਤ ਹੈ ਕੀਨਾ, ਬਾਦ ਪੋਟ ਕੁਚਰ ਕੋ ਦੀਨਾ। ਬਾਂਧ ਕੇ ਪੋਟ ਕੁਚਰ ਹਾਥੀ ਦੇ ਕੋਲੇ ਅੱਗੇ ਕਰਤੀ। ਕੀ ਅਪਰਾਧ ਕਰਤਾ ਹੈ? ਅੱਗੇ ਆਉਂਦਾ ਹੈ, ਕੁੰਚਰ ਪੋਟ ਲੈ ਲੈ ਨਮਸਕਾਰੇ। ਹਾਥੀ ਨਮਸਕਾਰ ਕਰ ਰਿਹਾ, ਵਾਰ ਵਾਰ ਆ ਕੇ ਉਹਦੇ ਅੱਗੇ ਨਮਸਕਾਰ ਗਏ। ਬੁੱਝੀ ਨਹੀਂ ਕਾਜੀ ਅੰਧਿਆਰੇ, ਅੰਨੇ ਕਾਜੀ ਨੂੰ ਅੰਨਾ ਹੀ ਹੁੰਦਾ ਭਾਈ ਕੋਈ, ਜਦ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ। ਅਸੀਂ ਅੰਨੇ ਹੀ ਹੁੰਦੇ ਹਾਂ ਸਾਰੇ। ਹੰਕਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ, ਜਦੋਂ ਕਾਲ ਆ ਜਾਂਦਾ ਹੰਕਾਰ ਤੀ ਮਾਰ ਪੈਣੀ। ਗਰਭ ਪ੍ਰਹਾਰੀ ਹੈ ਜਿਹੜਾ ਗਰਭ ਕਰਦਾ, ਹੰਕਾਰ ਕਰਦਾ, ਉਹ ਤੀ ਮਾਰ ਪੈਂਦੀ ਹੈ। ਦੇਖ ਲਓ ਪਿੱਛੇ ਨਿਗਾਹ ਮਾਰ ਕੇ ਪੈਂਦੀ ਆਈ। ਭਗਤਾਂ ਗੁਰੂ ਸਾਹਿਬਾਨਾਂ ਨੂੰ ਤਾਂ ਕੋਈ ਛੂਹ ਨਹੀਂ ਸਕਦਾ ਹੈਗਾ। ਉਹ ਸਰੀਰ ਕਰਕੇ ਥੱਲੇ ਨੇ, ਧਿਆਨ ਕਰਕੇ ਤਾਂ ਉਹਦੇ ਚਰਨਾਂ 'ਚ ਬੈਠੇ ਨੇ। ਧਿਆਨ ਨਹੀਂ ਜਾਣਾ ਜੀ। ਆਪਾਂ ਪਵਨ ਗੁਰੂ ਪਾਣੀ ਪਿਤਾ ਸਲੋਕ ਦੀ ਵਿਚਾਰ ਕਰੀਏ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਨਾਲ ਤਾਂ ਕਿੰਨੇ ਹੋਰ ਚਲੇ ਜਾਂਦੇ ਨੇ। ਉਹਨਾਂ ਦਾ ਧਿਆਨ ਤਾਂ ਕੇਂਦਰ ਹੋ ਗਿਆ ਤਾਂ ਉਹਦੇ ਘਰ ਚਲੇ ਗਏ। ਮਨ ਬੁੱਧੀ ਦਾ ਰੂਪ ਕੀ ਹੈ? ਧਿਆਨ ਹੀ ਹੈ। ਧਿਆਨ ਕਿਵੇਂ ਪੈਦਾ ਹੋਊ? ਗਿਆਨ ਨਾਲ। ਗਿਆਨ ਹੀ ਧਿਆਨ ਹੈ, ਧਿਆਨ ਹੀ ਲਿਵ, ਉਹੀ ਆਰਾਧਨਾ। ਜਿੰਨਾ ਸਾਨੂੰ ਗਿਆਨ ਹੋ ਜਾਊਗਾ ਉਹੀ ਉਹਦੀ ਆਰਾਧਨਾ ਸ਼ੁਰੂ ਹੋਊਗੀ। ਅਸੀਂ ਤਾਂ ਸਿੱਧੇ ਹੀ ਪਹਿਲਾਂ ਆਰਾਧਨਾ ਸ਼ੁਰੂ ਕਰ ਦਿੰਦੇ ਹਾਂ। ਇਹ ਸਾਰੀ ਸਾਨੂੰ ਸਮਝ ਗੁਰ ਸ਼ਬਦ ਦੀ ਵਿਚਾਰ ਤੋਂ ਹੀ ਪਤਾ ਲੱਗਣੀ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਨਹੀਂ ਕਾਜੀ ਅੰਧਿਆਰੇ। ਅੰਨਾ ਸੀ ਕਾਜੀ ਹੰਕਾਰ ਹੋਇਆ। ਤੀਨ ਬਾਰ ਪਤੀਆ ਪਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ। ਹਲੇ ਵੀ ਨਹੀਂ ਭਿੱਜਦਾ ਕਾਜੀ। ਮੁਹਾਵਤ ਨੂੰ ਜ਼ੋਰ ਨਾ ਕਹਿ ਰਿਹਾ ਵਾ। ਹਾਥੀ ਨੂੰ ਭੇਜ, 3 ਵਾਰੀ ਭੇਜਿਆ। 3 ਵਾਰੀ ਹਾਥੀ ਭਗਤ ਜੀ ਦੇ ਅੱਗੇ ਨਮਸਕਾਰ ਕਰਕੇ ਵਾਪਸ ਆ ਜਾਂਦਾ। ਫਿਰ ਉਹਨੂੰ ਭੇਜਦੇ ਆ, ਫਿਰ ਵਾਪਸ ਆ ਜਾਂਦਾ। 3 ਵਾਰੀ, 3 ਬਾਰ ਪਤੀਆ ਭਰ ਲੈਣਾ, ਮਨ ਕਠੋਰ ਅਜੂ ਨਾ ਪਤੀਨਾ। ਕਾਜੀ ਅੰਨੇ ਨੂੰ ਹਾਲੇ ਤੱਕ ਨਹੀਂ ਪਤਾ ਲੱਗ ਰਿਹਾ ਵੀ ਐਸੀ ਕੀ ਚੀਜ਼ ਹੈ ਇਹ ਜਿਹੜਾ ਹਾਥੀ ਨਮਸਕਾਰ ਕਰ ਰਿਹਾ ਹਨ। ਹੰਕਾਰ 'ਚ ਪਤਾ ਨਹੀਂ ਲੱਗਦਾ ਭਾਈ। ਕਹੇ ਕਬੀਰ ਹਮਰਾ ਗੋਬਿੰਦ, ਕਿਉਂਕਿ ਗੋਬਿੰਦ ਦੀ ਸ੍ਰਿਸ਼ਟੀ ਹੈ, ਸਾਰੀ ਸਾਜੀ ਹੋਈ ਹੈ ਗੋਬਿੰਦ ਦੇ ਰਾਹੀਂ ਹੁਕਮ ਨੇ। ਉਹ ਤੋਂ ਬਾਹਰ ਤਾਂ ਕੁਛ ਨਹੀਂ। ਕਹਿੰਦੇ ਵੀ ਅਸੀਂ ਪਰ ਮੰਨਦੇ ਨਹੀਂ ਹੈਗੇ। ਕਿਉਂ ਨਹੀਂ ਮੰਨਦੇ? ਸਾਨੂੰ ਗਿਆਨ ਨਹੀਂ ਹੈ। ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੇਂ ਜਨ ਕੀ ਜਿੰਦ। ਚੌਥੇ ਪਦ 'ਚ ਜਨ ਦੀ ਜਿੰਦ ਹੁੰਦੀ ਹੈ ਭਾਈ। ਜਿੰਨੇ ਗੁਰੂ ਭਗਤ ਸਾਹਿਬਾਨ ਹੋਏ ਨੇ ਉਹ ਸਰੀਰ ਕਰਕੇ ਇੱਥੇ ਸੀ, ਧਿਆਨ ਕਰਕੇ ਤਾਂ ਆਪਦੇ ਘਰ ਸੀਗੇ ਉਹ। ਚੌਥਾ ਕੀ ਹੈ? ਸਤਜੁਗ। ਇਹ 3 ਲੋਕ ਮਾਇਆ 'ਚ ਨੇ। ਤ੍ਰੇਤੇ ਸਰੀਰ ਨਹੀਂ ਹੁੰਦਾ, ਦੁਆਪਰ ਸਰੀਰ ਸ਼ੁਰੂ ਹੁੰਦਾ ਵਾ। ਉਹਨੂੰ ਮਾਤਲੋਕ ਕਿਹਾ ਵਾ। ਆ ਕਲਯੁਗ ਇਹ ਮ੍ਰਿਤ ਲੋਕ ਹੈ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਜਦੋਂ ਦੇਵ ਲੋਕ 'ਚੋਂ ਅਸੀਂ ਸਰੀਰ ਧਾਰਦੇ ਹਾਂ, ਉਹਦੀ ਕਿਰਪਾ ਰਹਿਮਤ ਹੁੰਦੀ ਹੈ। ਗਰਭ 'ਚ ਆਉਂਦਾ ਦੁਆਪਰ 'ਚ, ਤਾਂ ਉਹਦੇ ਹੁਕਮ ਤੋਂ ਬਿਨਾਂ ਕਿਵੇਂ ਆ ਜੂ? ਹੁਕਮ ਤੋਂ ਬਿਨਾਂ ਕਿਵੇਂ ਸਰੀਰ ਬਣ ਜਾਊਗਾ? ਜਦ ਤੱਕ ਹੁਕਮ ਨਾਲ ਜੁੜਿਆ ਰਹਿੰਦਾ, ਇਹਨੂੰ ਸਮਝ ਹੁੰਦੀ ਹੈ ਹੁਕਮ ਦੀ, ਜਦ ਤੱਕ ਗਰਭ ਦੇ ਵਿੱਚ ਹੁੰਦਾ ਹੈ।
ਗਰਭ ਤੋਂ ਬਾਅਦ ਇਹ ਜਿਹੜਾ ਹੈਗਾ ਹੁਕਮ ਇਹਦੀ ਪਕੜ 'ਚੋਂ ਚਲਿਆ ਜਾਂਦਾ ਵਾ, ਕਿਉਂਕਿ ਇਹਦੇ ਸੰਸਾਰੀ ਰਿਸ਼ਤੇ ਬਣ ਜਾਂਦੇ ਆ ਸਾਡੇ। ਲਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਦੋਂ ਤਈਓ ਰੋਇਆ ਸੀ ਜਦੋਂ ਹੁਕਮ ਨਾਲ ਟੁੱਟਿਆ ਸੀਗਾ। ਉਦੋਂ ਹੁਕਮ ਨਾਲ ਟੁੱਟਣ ਕਰਕੇ ਰੋਂਦਾ ਸੀ, ਫਿਰ ਹੁਣ ਮਾਇਆ ਕਰਕੇ ਰੋਈ ਜਾਂਦਾ ਵਾ। ਬਸ ਇਹੋ ਜਿਹੀ ਕੁਦਰਤ ਦਾ ਖੇਲ ਹੈ ਭਾਈ। ਜਿਸ ਰੱਖੇ ਤੂੰ ਤਿਸ ਮਾਰੇ ਕੌਣ, ਕੋਈ ਨਹੀਂ ਮਾਰ ਸਕਦਾ ਉਹਨੂੰ। ਇਹ ਕੁਦਰਤ ਦਾ ਖੇਲ ਹੈ। ਇਹ ਭਗਤ ਕਬੀਰ ਜੀ ਨੇ ਫਿਰ ਇੱਕ ਅਗਲੇ ਸ਼ਲੋਕ ਸਮਝਾਇਆ ਸੀਗਾ। ਸਾਰੀ ਸੰਗਤ ਇਕੱਠੀ ਹੋ ਕੇ ਬੇਨਤੀ ਕਰਦੀ ਹੈ, ਭਗਤ ਜੀ ਸਾਨੂੰ ਮਾਫ਼ ਕਰੋ, ਤੁਹਾਨੂੰ ਅਸੀਂ ਕਲੇਸ਼ ਕੀਤਾ, ਦੁੱਖ ਦਿੱਤਾ। ਉਹ ਕਹਿੰਦੇ ਮੈਨੂੰ ਭਾਈ ਤੁਸੀਂ ਕੀ ਦੇਣਾ ਸੀ ਦੁੱਖ, ਸਰੀਰ ਸੀ ਮੇਰਾ ਇੱਥੇ। ਫਿਰ ਵੀ ਉਹਨਾਂ ਨੇ ਇਹੀ ਕਿਹਾ, ਜੋ ਕੀਆ ਹਰ ਕੀਆ ਭਇਓ ਕਬੀਰ ਕਬੀਰ, ਨਾ ਹਮ ਕਰ ਸਕੇ ਨਾ ਕਰ ਸਕੇ ਸਰੀਰ। ਕਿੱਥੇ ਭਾਈ ਹਾਥੀ ਦਾ ਸਰੀਰ, ਕਿੱਥੇ ਮੇਰਾ। ਇਹ ਤਾਂ ਹਰ ਦਾ ਕੌਤਕ ਸੀਗਾ, ਉਹਨੇ ਕਰਤਾ, ਇਹ ਹਰ ਹੀ ਜਾਣਦਾ ਵਾ। ਪਰ ਤੁਸੀਂ ਇਹ ਜਿਹੜਾ ਰੌਲਾ ਪਾਤਾ ਸਾਰੀ ਬਨਾਰਸ ਦੇ ਵਿੱਚ ਵੀ ਇੰਨੀ ਸ਼ਕਤੀ ਹੈ ਕਬੀਰ 'ਚ, ਭਇਓ ਕਬੀਰ ਕਬੀਰ, ਸਾਰੇ ਰੌਲਾ ਪਾਤਾ। ਇਹ ਤਾਂ ਕੁਦਰਤ ਦਾ ਖੇਲ ਆ ਭਾਈ। ਇਹ ਭਾਈ ਧਿਆਨ ਨਾਲ ਸੁਣਨੀ ਆ ਬਾਣੀ। ਪਰਮਾਤਮਾ ਦਾ ਆਸਰਾ ਲੈਣਾ ਹੈ, ਹੁਕਮ ਦਾ ਆਸਰਾ ਲੈਣਾ। ਜਦ ਤੱਕ ਸਾਨੂੰ ਸੱਚ ਦਾ ਗਿਆਨ ਨਹੀਂ ਹੁੰਦਾ, ਅਸੀਂ ਅਰਦਾਸ ਦੇ ਕਾਬਲ ਵੀ ਨਹੀਂ ਹੈਗੇ। ਕਾਹਦੀ ਅਰਦਾਸ ਕਰਨੀ ਹੈ, ਸਾਨੂੰ ਪਤਾ ਹੀ ਨਹੀਂ ਅਰਦਾਸ ਕੀ ਹੁੰਦੀ ਹੈ। ਅਸੀਂ ਤਾਂ ਮਾਇਆ ਦੀ ਕਰਦੇ ਹਾਂ, ਸੰਸਾਰੀ ਜੀਵ ਹਾਂ, ਲਾਲਚੀ ਹੈ। ਇਸ ਤੋਂ ਤਾਂ ਖਹਿੜਾ ਛਡਾਉਣਾ ਭਾਈ। ਆਓ ਸਾਰੇ ਮਿਲ ਕੇ ਉਹ ਕੁਦਰਤ ਦੀ ਰਹਿਮਤ ਲਈਏ, ਬਾਣੀ ਨੂੰ ਸਮਝੀਏ, ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।